ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਮਨਦੀਪ ਜੀ, ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕਰ ਲੈਂਦੇ ਹਾਂ ਕਿ ਟਰੱਕਾਂ ਵਾਲਿਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਇਹ ਚੇਤਾਵਨੀ ਕੈਨੇਡਾ ਤੇ ਅਮਰੀਕਾ ਦੋਹਾਂ ਨੂੰ ਦਿੱਤੀ ਗਈ ਹੈ, ਜਿਸ ਵਿੱਚ ਟਰੱਕ ਡਰਾਈਵਰ ਹੁਣ ਕਹਿ ਰਹੇ ਨੇ ਕਿ ਜਿਹੜੀ ਪਹਿਲਾਂ ਹੀ ਸਪਲਾਈ ਚੇਨ ਪ੍ਰਭਾਵਿਤ ਹੈ ਉਹ ਹੁਣ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਣ ਵਾਲੀ ਹੈ। ਸੋ ਟਰੱਕ ਡਰਾਈਵਰਸ ਵੱਲੋਂ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ, ਉਹਨਾਂ ਵੱਲੋਂ ਕਿਉਂ ਚੇਤਾਵਨੀ ਦਿੱਤੀ ਜਾ ਰਹੀ ਹੈ? ਬਿਲਕੁਲ ਜੀ, ਕਰੋਨਾ ਵਾਇਰਸ ਨੂੰ ਦੇਖਦੇ ਹੋਇਆ ਜਿਸ ਤਰੀਕੇ ਨਾਲ ਸਖਤੀ ਕੀਤੀ ਜਾ ਰਹੀ ਆ, ਨਵੇਂ ਕਾਨੂੰਨ ਬਣ ਰਹੇ ਨੇ, ਨਿਯਮ ਬਣ ਰਹੇ ਨੇ, ਸੋ ਉਹਨਾਂ ਨੂੰ ਲੈ ਕੇ ਜਿਹੜਾ ਵਾ ਕਈ ਵਾਰ ਸਵਾਲ ਵੀ ਖੜੇ ਹੋ ਜਾਂਦੇ ਨੇ ਔਰ ਕੁਝ ਲੋਕ ਜਿਹੜੇ ਆ ਉਸ ਉੱਤੇ ਸਵਾਲ ਖੜੇ ਕਰਦੇ ਨੇ। ਕੁਝ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਇਆ। ਪਿਛਲੇ ਦਿਨੀ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਵੱਲੋਂ ਉੱਥੇ ਦੇ ਰਾਸ਼ਟਰਪਤੀ ਜਿਹੜੇ ਜੋ ਬਾਈਡਨ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਫਰੰਟ ਲਾਈਨਰ ਹੋਣਗੇ, ਚਾਹੇ ਐਮਰਜੈਂਸੀ ਵਰਕਰ ਹੋਣਗੇ, ਜੋ ਵੀ ਅਮਰੀਕਾ ਦੇ ਵਿੱਚ ਦਾਖਲ ਹੋਵੇਗਾ, ਚਾਹੇ ਉਹ ਟਰੱਕਰ ਹੋਣਗੇ, ਸਭ ਦੇ ਜਿਹੜੀ ਉਹ ਵੈਕਸੀਨ ਲੱਗੀ ਹੋਈ ਹੋਣੀ ਲਾਜ਼ਮੀ ਹੋਣੀ ਚਾਹੀਦੀ ਆ। ਐਸੈਂਸ਼ੀਅਲ ਵਰਕਰਸ ਦੀ ਖਾਸ ਕਰਕੇ ਗੱਲ ਕੀਤੀ ਸੀ ਔਰ ਟਰੱਕਰ ਇਹਦੇ ਵਿੱਚ ਆਉਂਦੇ ਨੇ ਵੱਡੀ ਗਿਣਤੀ ਵਿੱਚ। ਔਰ ਇਹਦੇ ਵਿੱਚ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਕੈਨੇਡਾ ਵੱਲੋਂ ਵੀ ਕੁਝ ਇਸੇ ਤਰੀਕੇ ਦਾ ਜਿਹੜਾ ਉਹ ਤਿਆਰੀ ਕਰ ਲਈ ਗਈ ਆ ਕਿ ਜਨਵਰੀ ਤੋਂ ਜਿਹੜੇ ਆ ਕੈਨੇਡਾ ਵਿੱਚ ਦਾਖਲ ਹੋਣਗੇ, ਚਾਹੇ ਕੈਨੇਡਾ ਤੋਂ ਅਮਰੀਕਾ 'ਚ ਦਾਖਲ ਹੋਣਗੇ, ਸੋ ਉਹਨਾਂ ਸਾਰਿਆਂ ਦੇ ਜਿਹੜੀ ਆ ਵੈਕਸੀਨ ਲੱਗੀ ਹੋਣੀ ਲਾਜ਼ਮੀ ਆ। ਦੋਨਾਂ ਮੁਲਕਾਂ ਵੱਲੋਂ ਜਿਹੜੇ ਇਹ ਲਗਭਗ ਐਲਾਨ ਕਰ ਦਿੱਤੇ ਗਏ ਨੇ ਤੇ ਜਨਵਰੀ 'ਚ ਇਹ ਲਾਗੂ ਹੋਣਗੇ। ਸੋ ਇਸ ਤੋਂ ਬਾਅਦ ਹੁਣ ਜਿਹੜੀਆਂ ਵੱਡੀਆਂ ਟਰੱਕ ਐਸੋਸੀਏਸ਼ਨਾਂ ਨੇ, ਵੱਡੀਆਂ ਕੰਪਨੀਆਂ ਨੇ, ਉਹਨਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਆ, ਚਿੰਤਾ ਜ਼ਾਹਰ ਕੀਤੀ ਗਈ ਆ ਕਿ ਇਸ ਨਾਲ ਜਿਹੜੀ ਸਪਲਾਈ ਚੇਨ ਆ ਉਹ ਪ੍ਰਭਾਵਿਤ ਹੋ ਸਕਦੀ ਆ। ਕਿਉਂਕਿ ਜੇਕਰ ਅਸੀਂ ਟਰੱਕ ਇੰਡਸਟਰੀ ਦੀ ਗੱਲ ਕਰੀਏ, ਟਰੱਕ ਡਰਾਈਵਰਾਂ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਯੋਗਦਾਨ ਆ ਇਹਨਾਂ ਦੋਨਾਂ ਮੁਲਕਾਂ ਦੀ ਆਰਥਿਕਤਾ ਦੇ ਵਿੱਚ। ਔਰ ਇਹ ਜਿਹੜੇ ਇਸ ਵਕਤ ਇਤਰਾਜ਼ ਕਰ ਰਹੇ ਨੇ, ਇਹਨਾਂ ਵੱਲੋਂ ਇੱਕ ਅੰਕੜਾ ਦਿੱਤਾ ਗਿਆ ਕਿ ਲਗਭਗ 70% 508 ਬਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਵਪਾਰ ਆ ਉਹ ਜਿਹੜਾ ਵਾ ਉਹਦਾ ਟਰੱਕਾਂ ਰਾਹੀਂ ਉਹਦੀ ਢੋ ਢੁਆਈ ਹੁੰਦੀ ਆ। ਸੋ ਇੰਨਾ ਸਟਾਕ ਜਿਹੜਾ ਵਾ ਉਹਦੀ ਕੀਮਤ 508 ਸਾਲਾਨਾ ਜਿਹੜੀ ਬਿਲੀਅਨ ਡਾਲਰ ਦੱਸੀ ਗਈ। ਸੋ ਇੱਕ ਬਹੁਤ ਵੱਡੀ ਆਰਥਿਕਤਾ ਜਿਹੜੀ ਆ ਉਹ ਇਹਦੇ ਨਾਲ ਚੱਲਦੀ ਆ। ਔਰ ਕੈਨੇਡਾ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿੰਨੇ ਜ਼ਿਆਦਾ ਟਰੱਕਾਂ ਦੇ ਪਹੀਏ ਘੁੰਮਦੇ ਆ, ਉਨੀ ਹੀ ਜ਼ਿਆਦਾ ਜਿਹੜੀ ਇੱਥੇ ਦੀ ਆਰਥਿਕਤਾ ਜਿਹੜੀ ਉਹ ਘੁੰਮਦੀ ਆ, ਚੱਲਦੀ ਆ। ਸੋ ਇਹ ਜਿਹੜੇ ਇਸ ਵਕਤ ਕਾਰਨ ਦੱਸੇ ਜਾ ਰਹੇ ਨੇ, ਇਹਨਾਂ ਵੱਲੋਂ ਇਹ ਦੱਸੇ ਜਾ ਰਹੇ ਨੇ ਕਿ ਟਰੱਕ ਡਰਾਈਵਰਾਂ ਦੀ ਪਹਿਲਾਂ ਹੀ ਕਾਫੀ ਜਿਹੜੀ ਥੋੜ ਆ ਉਹ ਮਹਿਸੂਸ ਹੋ ਰਹੀ ਆ ਟਰੱਕਿੰਗ ਕੰਪਨੀਆਂ ਦੇ ਕੋਲ। ਔਰ ਜੇਕਰ ਉਹ ਟਰੱਕ ਡਰਾਈਵਰ ਵੀ ਬਾਹਰ ਕੱਢ ਦਿੱਤੇ ਜਾਣਗੇ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਆ, ਤਾਂ ਵੱਡੀ ਕਮੀ ਜਿਹੜੀ ਉਹ ਆ ਸਕਦੀ ਹੈ। ਕਿਉਂਕਿ ਹਾਲੇ ਵੀ ਇਸ ਤਰੀਕੇ ਦੇ ਕੁਝ ਟਰੱਕ ਡਰਾਈਵਰ ਹੈਗੇ ਨੇ ਜਿਨ੍ਹਾਂ ਨੇ ਵੈਕਸੀਨ ਜਿਹੜੀ ਆ ਨਹੀਂ ਲਗਵਾਈ ਆ। ਔਰ ਜੇਕਰ ਇਸ ਤਰੀਕੇ ਨਾਲ ਮੈਂਡੇਟਰੀ ਹੁੰਦੀ ਆ, ਜੋ ਵੈਸੇ ਕਰ ਦਿੱਤੀ ਗਈ ਆ, ਜਨਵਰੀ ਤੋਂ ਸ਼ੁਰੂ ਆ, ਤਾਂ ਫਿਰ ਉਹ ਜਿਹੜੇ ਆ ਟਰੱਕ ਚਲਾਉਣ ਦੇ ਵਿੱਚ ਜਿਹੜਾ ਉਹ ਯੋਗ ਨਹੀਂ ਹੋਣਗੇ, ਉਹ ਇੱਕ ਦੂਜੇ ਮੁਲਕ 'ਚ ਟਰੱਕ ਲੈ ਕੇ ਦਾਖਲ ਨਹੀਂ ਹੋ ਸਕਦੇ। ਸੋ ਉਹਦੇ ਨਾਲ ਹੋਰ ਵੀ ਵੱਡੀ ਕਮੀ ਜਿਹੜੀ ਉਹ ਪੈਦਾ ਹੋ ਸਕਦੀ ਆ। ਸੋ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੁਣ ਚੇਤਾਵਨੀ ਦਿੱਤੀ ਗਈ ਆ, ਜੋ ਵੱਡੀਆਂ ਕੰਪਨੀਆਂ ਨੇ, ਐਸੋਸੀਏਸ਼ਨਾਂ ਨੇ, ਉਹਨਾਂ ਵੱਲੋਂ ਜਿਹੜਾ ਇਸ ਵਕਤ ਚਿੰਤਾ ਜ਼ਾਹਰ ਕੀਤੀ ਗਈ ਆ। ਸੋ ਦੇਖਦੇ ਆ ਇਸ ਸੰਬੰਧੀ ਉਹ ਸਰਕਾਰ ਨਾਲ ਕੋਈ ਗੱਲਬਾਤ ਕਰਦੇ ਆ, ਸਰਕਾਰ ਅੱਗੇ ਕੀ ਕਹਿੰਦੀ ਆ। ਪਰ ਇੰਨਾ ਜ਼ਰੂਰ ਆ ਕਿ ਥੋੜੀ ਚਿੰਤਾ ਜਿਹੜੀ ਜ਼ਰੂਰ ਪੈਦਾ ਹੋ ਗਈ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਇਸ ਦੀ ਗੱਲ ਕਰ ਲੈਂਦੇ ਆ। ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਹੜ੍ਹ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸ ਬਾਰੇ ਖੇਤੀਬਾੜੀ ਮੰਤਰੀ ਕੀ ਦੱਸ ਰਹੇ ਨੇ? ਬਿਲਕੁਲ ਜੀ, ਕਿਉਂਕਿ ਹੁਣ ਪਾਣੀ ਥੋੜਾ ਘਟਣਾ ਸ਼ੁਰੂ ਹੋ ਗਿਆ ਸੀ। ਕੱਲ ਵੀ ਦਰਸ਼ਕਾਂ ਨੂੰ ਦੱਸਿਆ ਸੀ ਕਿ ਹੁਣ ਪਾਣੀ ਜਿਹੜਾ ਅੱਗੇ ਨਾਲ ਘਟਣਾ ਸ਼ੁਰੂ ਹੋ ਗਿਆ ਤੇ ਹੁਣ ਹਿਸਾਬ ਕਿਤਾਬ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਇਸ ਹੜ੍ਹ ਦੇ ਨਾਲ ਨੁਕਸਾਨ ਕਿੰਨਾ ਹੋਇਆ। ਹਾਲਾਂਕਿ ਪੂਰਾ ਨੁਕਸਾਨ ਦਾ ਜਿਹੜਾ ਹਿਸਾਬ ਕਿਤਾਬ ਲਾਉਣਾ ਵੀ ਹੱਲੇ ਬਹੁਤ ਔਖਾ ਆ, ਕਿਉਂਕਿ ਹੱਲੇ ਵੀ ਕਿਹਾ ਜਾ ਰਿਹਾ ਕਿ ਲਗਭਗ ਜਿਹੜੇ 800 ਫਾਰਮ ਨੇ ਉੱਥੋਂ ਲੋਕਾਂ ਨੂੰ ਕੱਢਿਆ ਗਿਆ ਔਰ ਉੱਥੇ ਬਹੁਤ ਵੱਡੀ ਪੱਧਰ ਜਿਹੜਾ ਇਹ ਪਾਣੀ ਆ ਗਿਆ ਸੀ, ਪੂਰੇ ਤਰੀਕੇ ਨਾਲ ਨੁਕਸਾਨ ਹੋਇਆ। ਔਰ ਹੁਣ ਜਿਹੜੀ ਗੱਲ ਸਾਹਮਣੇ ਆਈ ਆ, ਜਿਹੜਾ ਖੇਤੀਬਾੜੀ ਮੰਤਰੀ ਨੇ ਦਾਅਵਾ ਕੀਤਾ, ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਜਾਨਵਰਾਂ ਦੀ ਜਾਨ ਜਿਹੜੀ ਆ ਉਹ ਬਚਾ ਲਈ ਗਈ, ਉਹਨਾਂ ਨੂੰ ਉੱਥੋਂ ਕੱਢਿਆ ਗਿਆ। ਪਰ ਸੱਚ ਇਹ ਵੀ ਆ, ਜੋ ਅੰਕੜਾ ਦਿੱਤਾ ਗਿਆ ਕਿ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਜਾਨਵਰ ਆ ਉਹਨਾਂ ਦੀ ਮੌਤ ਵੀ ਹੋਈ ਆ। ਉਹਨਾਂ ਦੀ ਗਿਣਤੀ 6,40,000 ਤੋਂ ਜ਼ਿਆਦਾ ਦੱਸੀ ਜਾ ਰਹੀ ਆ, ਜਿਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਪੋਲਟਰੀ ਫਾਰਮ ਦੇ ਵਿੱਚ ਜਿਵੇਂ ਮੁਰਗੇ ਜਿਹੜੇ ਪਾਲੇ ਜਾਂਦੇ ਨੇ, 6,28,000 ਦੀ ਗਿਣਤੀ ਉਹਨਾਂ ਦੀ ਆ, ਜਿਨ੍ਹਾਂ ਨੂੰ ਹੁਣ ਉੱਥੋਂ ਕੱਢ ਕੇ ਬਾਹਰ ਸੁੱਟਿਆ ਜਾ ਰਿਹਾ, ਉਹਨਾਂ ਨੂੰ
ਸੰਭਾਲਿਆ ਜਾ ਰਿਹਾ, ਜਿਹੜਾ ਇਹ ਲਾਈਵ ਸਟਾਕ ਜਿਹਦੀ ਡੈਥ ਹੋਈ ਆ। ਇਹਦੇ ਨਾਲ ਹੀ ਜੇਕਰ ਅਸੀਂ ਗਾਵਾਂ ਦੀ ਗੱਲ ਕਰੀਏ ਤੇ 420 ਗਾਵਾਂ ਦੀ ਜਿਹੜੀ ਮੌਤ ਹੋਈ ਆ, ਔਰ ਇੱਕ ਅੰਕੜਾ ਜਿਹੜੇ ਪਾਲਤੂ ਸੂਰ ਨੇ ਸ਼ਾਇਦ 12,000 ਦੇ ਕਰੀਬ ਜਿਹੜਾ ਉਹਨਾਂ ਦਾ ਅੰਕੜਾ ਵੀ ਦਿੱਤਾ ਗਿਆ। ਸੋ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ, ਫਸਲਾਂ ਖਰਾਬ ਹੋਈਆਂ ਨੇ, ਔਰ ਇਹਦੀ ਸੰਬੰਧੀ ਇੱਕ ਕਮੇਟੀ ਵੀ ਬਣੀ ਆ ਜਿਹਦੇ ਵਿੱਚ ਕੁਝ ਮੈਂਬਰ ਜਿਹੜੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਸ਼ਾਮਲ ਨੇ, ਕੁਝ ਫੈਡਰਲ ਗਵਰਨਮੈਂਟ ਦੇ, ਕਿਉਂਕਿ ਜਦੋਂ ਜਸਟਿਨ ਟਰੂਡੋ ਇੱਥੇ ਆਏ ਸੀ ਤਾਂ BC ਸਰਕਾਰ ਨਾਲ ਪ੍ਰੀਮੀਅਰ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੀ, ਔਰ ਸਾਰੇ ਨੁਕਸਾਨ ਦਾ ਹਿਸਾਬ ਕਿਤਾਬ ਕਰਕੇ ਉਹਦੀ ਭਰਪਾਈ ਕਰਨ ਲਈ, ਮੁਆਵਜ਼ਾ ਦੇਣ ਲਈ ਇੱਕ ਕਮੇਟੀ ਬਣਾਈ ਗਈ ਆ। ਸੋ ਹੁਣ ਜਦੋਂ ਪਾਣੀ ਉਤਰ ਰਿਹਾ ਵਾ, ਹੁਣ ਕੁਝ ਥਾਵਾਂ ਤੇ ਲੋਕ ਆਪਣੇ ਘਰਾਂ 'ਚ ਪਹੁੰਚ ਗਏ ਨੇ, ਹੁਣ ਬਹੁਤ ਘੱਟ ਥਾਵਾਂ ਬਚੀਆਂ ਨੇ ਜਿੱਥੇ ਲੋਕ ਹੱਲੇ ਵੀ ਨਹੀਂ ਪਹੁੰਚ ਸਕੇ, ਕਿਉਂਕਿ ਉੱਥੇ ਪਾਣੀ ਹੱਲੇ ਹੌਲੀ ਹੌਲੀ ਉਤਰ ਰਿਹਾ, ਜੋ ਆਸ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਤਰ ਜਾਵੇਗਾ। ਉਸ ਤੋਂ ਬਾਅਦ ਫਿਰ ਉੱਥੇ ਜੋ ਘਰਾਂ ਦਾ ਨੁਕਸਾਨ ਹੋਇਆ, ਫਿਰ ਜਿਹੜੇ ਵੀ ਸਿਟੀ ਵਿੱਚ ਘਰ ਪੈਂਦੇ ਨੇ ਉੱਥੇ ਦੇ ਇੰਜੀਨੀਅਰ ਜਾਣਗੇ, ਹਿਸਾਬ ਕਿਤਾਬ ਲਾਉਣਗੇ ਕਿ ਰੈਨੋਵੇਸ਼ਨ ਹੋ ਸਕਦੀ ਆ ਜਾਂ, ਕਿਉਂਕਿ ਹੁਣ 15-20 ਦਿਨ ਉੱਥੇ ਪਾਣੀ ਖੜਾ ਰਹਿ ਗਿਆ, ਜਾਂ ਇਹ ਢਾਉਣੇ ਪੈਣਗੇ, ਕਿਸ ਤਰੀਕੇ ਨਾਲ ਹੋਵੇਗਾ। ਜਿਹੜੀ ਬਾਕੀ ਮਸ਼ੀਨਰੀ ਉੱਥੇ ਖੜੀ ਸੀ, ਟਰੈਕਟਰ ਖੜੇ ਸੀਗੇ, ਟਰੱਕ ਖੜੇ ਸੀ, ਕਾਰਾਂ ਖੜੀਆਂ ਸੀ, ਬਹੁਤ ਸਾਰਾ ਹੋਰ ਸਮਾਨ ਸੀਗਾ। ਸੋ ਉਹ ਸਭ ਦਾ ਹਿਸਾਬ ਕਿਤਾਬ ਕਿਸ ਤਰੀਕੇ ਨਾਲ ਲਾਇਆ ਜਾਂਦਾ, ਕਿੰਨੀ ਕੀਮਤ ਉਹਨਾਂ ਦੀ ਪਾਈ ਜਾਂਦੀ ਆ, ਸੋ ਸਾਰੀਆਂ ਚੀਜ਼ਾਂ ਦਾ ਹੋਣਾ ਹੱਲੇ ਬਾਕੀ ਆ। ਇੱਕ ਮੋਟਾ ਜਿਹੜਾ ਐਸਟੀਮੇਟ ਹੈ ਜਾਨਵਰਾਂ ਸੰਬੰਧੀ ਆਇਆ ਸੀ। ਸੋ ਉਮੀਦ ਹੈ ਕਿ ਹੁਣ ਜਿੱਦਾਂ ਪਾਣੀ ਉਤਰਦਾ ਜਾਊਗਾ ਉੱਦਾਂ ਹੁਣ ਅੱਗੇ ਜਿਹੜਾ ਇਹ ਸਾਡੇ ਸਾਹਮਣੇ ਐਸਟੀਮੇਟ ਆਉਂਦੇ ਜਾਣਗੇ ਕਿ ਘਰਾਂ ਦਾ ਕਿੰਨਾ ਨੁਕਸਾਨ ਹੋਇਆ, ਫਸਲਾਂ ਦਾ ਕਿੰਨਾ ਨੁਕਸਾਨ ਹੋਇਆ, ਤੇ ਹੋਰ ਜਿਹੜੀ ਮਸ਼ੀਨਰੀ ਆ ਉਹਦਾ ਕਿੰਨਾ ਨੁਕਸਾਨ ਹੋਇਆ। ਜੀ ਮਨਦੀਪ ਜੀ, ਇੱਥੇ ਕਿਸ ਤਰ੍ਹਾਂ ਹੁਣ ਰਾਹਤ ਕਾਰਜ ਚਲਾਏ ਜਾ ਰਹੇ ਨੇ ਜਾਂ ਫਿਰ ਕੀ ਸਥਿਤੀ ਇੱਥੇ ਬਣੀ ਹੋਈ ਹੈ? ਬਿਲਕੁਲ ਜੀ, ਰਾਹਤ ਕਾਰਜ ਤਾਂ ਚੱਲ ਹੀ ਰਹੇ ਨੇ। ਜਿਸ ਤਰੀਕੇ ਨਾਲ ਅਸੀਂ ਕੱਲ ਵੀ ਦੱਸਿਆ ਸੀ ਕਿ ਹੁਣ ਜਿਹੜੀਆਂ ਸੜਕਾਂ ਉਹ ਖੋਲ੍ਹ ਦਿੱਤੀਆਂ ਨੇ, ਸਰਕਾਰ ਵੱਲੋਂ ਵੀ ਆਪਣੇ ਪ੍ਰੋਗਰਾਮ ਐਲਾਨੇ ਹੋਏ ਨੇ, ਖਾਸ ਕਰਕੇ ਰੈੱਡ ਕਰਾਸ ਵੱਲੋਂ ਜਿਹੜੀ ਅਪਲਾਈ ਕਰਨ ਤੇ $2000 ਦੀ ਮਦਦ ਮਿਲਦੀ ਹੈ। ਹਾਲਾਂਕਿ ਉਹਨੂੰ ਕਾਫੀ ਘੱਟ ਦੱਸਿਆ ਜਾ ਰਿਹਾ, ਪਰ ਫਿਲਹਾਲ ਜਿਹੜੀ ਬਾਕੀ ਮਦਦ ਆ ਉਹਦਾ ਹੱਲੇ ਪਹਿਲਾਂ ਹਿਸਾਬ ਕਿਤਾਬ ਲਾਇਆ ਜਾਵੇਗਾ। ਸੋ ਰਾਹਤ ਕਾਰਜ ਵੀ ਜਾਰੀ ਨੇ ਲਗਾਤਾਰ। ਜੇ ਦੁਬਾਰਾ ਪਾਣੀ ਆਉਂਦਾ ਉਹਨੂੰ ਰੋਕਣ ਲਈ ਵੀ ਹੁਣ ਤਿਆਰੀਆਂ ਹੋ ਰਹੀਆਂ ਨੇ। ਜਿੱਥੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਉੱਥੇ ਪਹੁੰਚਾਈ ਵੀ ਜਾ ਰਹੀ ਆ, ਜਿਸ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਸੀਗਾ। ਕੱਲ ਵੀ ਇੱਕ ਵੱਡੀ ਰਕਮ ਜਿਹੜੀ ਸੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਿਖੇ ਉਹ ਇਕੱਠੀ ਕਰਕੇ ਭੇਂਟ ਕੀਤੀ ਗਈ ਹੈ, ਜਿਸ 'ਚ ਯਹੂਦੀ ਭਾਈਚਾਰਾ ਤੇ ਸਿੱਖ ਭਾਈਚਾਰੇ ਨੇ ਇਕੱਠਿਆਂ ਯੋਗਦਾਨ ਪਾਇਆ। ਸੋ ਰਾਹਤ ਕਾਰਜ ਚੱਲ ਰਹੇ ਨੇ। ਪਰ ਇਸ ਤੋਂ ਅਗਲੀ ਗੱਲ ਜੇਕਰ ਆਪਾਂ ਮੌਸਮ ਦੀ ਕਰੀਏ ਤਾਂ ਮੌਸਮ ਹੁਣ ਜਿਹੜੀ ਠੰਡ ਜਿਹੜੀ ਵਧਣੀ ਸ਼ੁਰੂ ਹੋ ਗਈ ਆ। ਪਹਿਲਾਂ ਤਾਂ ਮੀਂਹ ਪੈ ਰਿਹਾ ਸੀ ਪਰ ਟੈਂਪਰੇਚਰ ਇੰਨਾ ਡਾਊਨ ਨਹੀਂ ਸੀ, ਪਰ ਇਸ ਵੀਕਐਂਡ ਤੇ ਹੁਣ ਟੈਂਪਰੇਚਰ ਜਿਹੜਾ ਆ ਉਹ ਕਾਫੀ ਡਾਊਨ ਜਾ ਸਕਦਾ ਆ। ਫਰੀਜ਼ਿੰਗ ਟੈਂਪਰੇਚਰ ਜਿਹੜਾ ਹੋ ਸਕਦਾ, ਮਾਈਨਸ ਦੇ ਵਿੱਚ ਜਾ ਸਕਦਾ, ਔਰ ਇਹਦੇ ਨਾਲ ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ ਸਨੋ ਵੀ ਪੈ ਸਕਦੀ ਆ। ਸੋ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਇਲਾਕਿਆਂ 'ਚ ਪਾਣੀ ਆਇਆ ਸੀ ਹੁਣ ਸਾਨੂੰ ਉੱਥੇ ਬਰਫ਼ਬਾਰੀ ਵੀ ਦੇਖਣ ਨੂੰ ਮਿਲ ਸਕਦੀ ਆ। ਸੋ ਲਗਾਤਾਰ ਮੌਸਮ ਜਿਹੜਾ ਉਹ ਚੇਂਜ ਹੋ ਰਿਹਾ। ਸੋ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਮੌਸਮ ਨਾਲ ਕਿਸ ਤਰੀਕੇ ਨਾਲ ਲੋਕ ਨਜਿੱਠਦੇ ਆ। ਜੀ ਬਿਲਕੁਲ ਮਨਦੀਪ ਜੀ, ਇਸ ਤੋਂ ਬਾਅਦ ਗੱਲ ਕਰਦੇ ਹਾਂ ਹੁਣ ਕੈਨੇਡਾ ਦੀ ਆਰਥਿਕਤਾ ਬਾਰੇ। ਜਾਣਕਾਰੀ ਸਾਹਮਣੇ ਆਈ ਹੈ, ਨੌਕਰੀਆਂ ਬਾਰੇ ਦੱਸਿਆ ਗਿਆ ਕਿ ਨਵੰਬਰ ਮਹੀਨੇ ਕਿੰਨੀਆਂ ਨੌਕਰੀਆਂ ਆਰਥਿਕਤਾ ਵਿੱਚ ਸ਼ਾਮਲ ਹੋਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਚੰਗੀ ਖਬਰ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਸੋ ਨਵੰਬਰ ਮਹੀਨੇ ਦੌਰਾਨ ਨੌਕਰੀਆਂ ਕਿੰਨੀਆਂ ਸ਼ਾਮਲ ਹੋਈਆਂ, ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆਈ ਹੈ? ਬਿਲਕੁਲ ਜੀ, ਇੱਕ ਰਿਪੋਰਟ ਆਈ ਸੀ ਕਿ 1,53,700 ਨੌਕਰੀਆਂ ਜਿਹੜੀਆਂ ਉਹ ਕ੍ਰੀਏਟ ਹੋਈਆਂ ਨੇ ਨਵੰਬਰ ਦੇ ਵਿੱਚ। ਔਰ ਇਹ ਵੀ ਨਾਲ ਰਿਪੋਰਟ ਆਈ ਕਿ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਿਹੜੀ ਇਸ ਵਕਤ ਬੇਰੁਜ਼ਗਾਰੀ ਦਰ ਜਿਹੜੀ ਉਹ ਪਹੁੰਚ ਚੁੱਕੀ ਆ। ਔਰ ਇਸ ਤੋਂ ਬਾਅਦ ਜਸਟਿਨ ਟਰੂਡੋ ਨੇ ਵੀ ਸੋਸ਼ਲ ਮੀਡੀਆ ਤੇ ਉੱਤੇ ਇੱਕ ਸਟੇਟਸ ਪਾਇਆ, ਔਰ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਰੀਬ 1,54,000 ਦੇ ਜਿਹੜੀਆਂ ਨੌਕਰੀਆਂ ਨੇ ਨਵੰਬਰ ਮਹੀਨੇ ਵਿੱਚ ਕ੍ਰੀਏਟ ਹੋਈਆਂ ਨੇ। ਔਰ ਉਹਨਾਂ ਨੇ ਕਿਹਾ ਕਿ ਲਗਭਗ ਅਸੀਂ 1 ਮਿਲੀਅਨ ਤੋਂ ਵੱਧ ਜਿਹੜੀਆਂ ਜੌਬਸ ਨੇ ਉਹ ਰਿਕਵਰ ਹੁਣ ਤੱਕ ਕਰ ਚੁੱਕੇ ਆ। ਔਰ ਇਹਦਾ ਸਿਹਰਾ ਉਹਨਾਂ ਨੇ ਆਮ ਲੋਕਾਂ ਨੂੰ ਦਿੱਤਾ ਕਿ ਜੋ ਉਹ ਹਾਰਡ ਵਰਕ ਕਰ ਰਹੇ ਨੇ, ਮਿਹਨਤ ਕਰ ਰਹੇ ਨੇ। ਔਰ ਨਾਲ ਹੀ ਉਹਨਾਂ ਨੇ ਆਪਣੀ ਸਰਕਾਰ ਨੂੰ ਵੀ ਸਿਹਰਾ ਦਿੱਤਾ ਤੇ ਕਹਿੰਦੇ ਅਸੀਂ ਅੱਗੇ ਕੰਮ ਕਰਦੇ ਰਹਾਂਗੇ। ਔਰ ਬੇਰੁਜ਼ਗਾਰੀ ਦਰ ਜਿਹੜੀ ਆ ਹੁਣ, ਜਦੋਂ ਸਭ ਨੂੰ ਯਾਦ ਹੋਣਾ ਕਿ ਮਾਰਚ 2020 ਦੇ ਵਿੱਚ ਜਿਹੜਾ ਉਹ ਲੋਕਡਾਊਨ ਲੱਗਾ ਸੀ ਕੈਨੇਡਾ ਦੇ ਵਿੱਚ, ਜਦੋਂ ਕਰੋਨਾ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਸੀ, ਕੈਨੇਡਾ 'ਚ ਵੀ ਕੁਝ ਕੇਸ ਆ ਗਏ ਸੀਗੇ। ਸੋ ਉਸ ਤੋਂ ਬਾਅਦ ਇੱਕਦਮ ਹੀ ਜਿਹੜਾ ਸੀ ਮਿਲੀਅਨਸ ਦੇ ਹਿਸਾਬ ਨਾਲ ਹੀ ਜਿਹੜੀਆਂ ਨੌਕਰੀਆਂ ਉਹ ਗਈਆਂ ਸੀਗੀਆਂ, ਲੋਕ ਘਰਾਂ 'ਚ ਬੈਠ ਗਏ ਸੀਗੇ। ਸੋ ਜਦੋਂ ਫਿਰ ਹੌਲੀ ਹੌਲੀ ਲੋਕਡਾਊਨ ਖੁੱਲ੍ਹਾ, ਉਦੋਂ ਜੂਨ ਜੁਲਾਈ ਦੇ ਮਹੀਨੇ ਤੱਕ ਉਹ ਬਹੁਤ ਵੱਡੀ ਦਰ 'ਚ ਨੌਕਰੀਆਂ ਰਿਕਵਰ ਹੋ ਗਈਆਂ ਸੀ। ਉਸ ਤੋਂ ਬਾਅਦ ਹੌਲੀ ਹੌਲੀ ਹਰ ਮਹੀਨੇ ਨੌਕਰੀਆਂ ਰਿਕਵਰ ਹੋ ਰਹੀਆਂ ਨੇ। ਸੋ ਅੱਜ ਜਸਟਿਨ ਟਰੂਡੋ ਇਹ ਦਾਅਵਾ ਕਰ ਰਹੇ ਨੇ
ਕਿ ਪ੍ਰੀ ਪੈਂਡੇਮਿਕ ਲੈਵਲ ਦੇ ਉੱਤੇ ਜਿਹੜੀ ਇਸ ਵਕਤ ਬੇਰੁਜ਼ਗਾਰੀ ਦਰ ਪਹੁੰਚ ਗਈ ਆ, ਜਿਸ ਤੇ ਉਹਨਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਹੈ ਕਿ ਅਸੀਂ ਕਰੋਨਾ ਦੇ ਸੰਕਟ ਤੋਂ ਹੌਲੀ-ਹੌਲੀ ਬਾਹਰ ਨਿਕਲ ਰਹੇ ਹਾਂ। ਜੀ ਮਨਦੀਪ ਜੀ, ਹੁਣ ਇਮੀਗ੍ਰੇਸ਼ਨ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਜਿਹੜੀਆਂ ਫਾਈਲਾਂ ਨੇ ਉਹਨਾਂ ਨੂੰ ਕਿਵੇਂ ਪ੍ਰੋਸੈਸ ਕੀਤਾ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਇਸ ਦਾ ਜਵਾਬ ਜਾਣਨਾ ਚਾਹੁੰਦੇ ਨੇ। ਬਿਲਕੁਲ ਜੀ, ਕਿਉਂਕਿ ਇਸ ਵਕਤ ਸਾਲ ਦਾ ਅਖੀਰਲਾ ਮਹੀਨਾ ਚੱਲ ਰਿਹਾ, ਔਰ ਜਦੋਂ ਸਾਲ ਦਾ ਅਖੀਰਲਾ ਮਹੀਨਾ ਚੱਲ ਰਿਹਾ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਉਹਨੂੰ ਐਨਾਲਾਈਜ਼ ਕੀਤਾ ਜਾਂਦਾ ਆ ਵੀ ਪੂਰਾ ਸਾਲ ਇਸ ਖਿੱਤੇ ਦੇ ਵਿੱਚ ਜਾਂ ਇਸ ਖੇਤਰ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਕੰਮ ਹੋਇਆ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਾਹਰ ਜਿਹੜੇ ਉਹ ਇਸ ਵਕਤ ਉਹਨਾਂ ਦਾ ਵਿਸ਼ਲੇਸ਼ਣ ਕਰ ਰਹੇ ਨੇ ਕਿ ਫਾਈਲਾਂ ਜਿਹੜੀਆਂ ਉਹ ਕਿਸ ਤਰੀਕੇ ਨਾਲ ਪਿਕ ਕੀਤੀਆਂ ਗਈਆਂ, ਕਿਸ ਤਰੀਕੇ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਹਾਲਾਂਕਿ ਇਸ ਸਾਲ ਜੇਕਰ ਅਸੀਂ ਗੱਲ ਕਰੀਏ ਤਾਂ ਕੁਝ ਖਾਸ ਕਦਮ ਵੀ ਜਿਹੜੀ ਸਰਕਾਰ ਚੁੱਕਦੀ ਨਜ਼ਰ ਆਈ, ਔਰ ਜ਼ਿਆਦਾ ਜਿਹੜੀ ਸਰਕਾਰ ਸੀ, ਜਿਹੜੇ ਕੈਨੇਡਾ ਦੇ ਅੰਦਰ ਲੋਕ ਬੈਠੇ ਸੀਗੇ ਜਿਨ੍ਹਾਂ ਕੋਲ ਹਲੇ ਇਮੀਗ੍ਰੇਸ਼ਨ ਨਹੀਂ ਸੀ, ਉਹਨਾਂ ਉੱਤੇ ਦਿਆਲ ਹੁੰਦੀ ਨਜ਼ਰ ਆਈ। ਕਿਉਂਕਿ ਸਭ ਨੂੰ ਯਾਦ ਹੋਣਾ ਸਾਲ ਦੇ ਸ਼ੁਰੂਆਤ ਦੇ ਵਿੱਚ ਫਰਵਰੀ ਵਿੱਚ ਹੀ ਇੱਕ ਡਰਾਅ ਕੱਢਿਆ ਗਿਆ ਸੀ ਜੋ ਸਿਰਫ 75 ਪੁਆਇੰਟਾਂ ਤੇ ਕੱਢਿਆ ਗਿਆ ਸੀ, ਔਰ ਅੱਜ ਤੱਕ ਇੰਨਾ ਲੋ ਸਕੋਰ ਕਦੇ ਵੀ ਨਹੀਂ ਗਿਆ, ਔਰ ਇਸ ਤੋਂ ਬਾਅਦ ਵੀ ਜਿਹੜਾ ਕਦੇ ਨਹੀਂ ਗਿਆ। ਇੱਕੋ ਦਿਨ 27,000 ਤੋਂ ਵੱਧ ਲੋਕਾਂ ਨੂੰ PR ਦਾ ਇਨਵੀਟੇਸ਼ਨ ਭੇਜਿਆ ਗਿਆ ਸੀਗਾ। ਉਸ ਤੋਂ ਬਾਅਦ ਫਿਰ 6 ਮਈ ਤੋਂ ਇੱਕ 90,000 ਫਾਈਲਾਂ ਨੂੰ ਲੈ ਕੇ ਜਿਹੜਾ ਸੀ ਉਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਉਹਦੇ ਵਿੱਚ ਜਿਹੜੀਆਂ ਫ੍ਰੈਂਚ ਸਟਰੀਮਸ ਜੀ ਸੀਗੀਆਂ ਉਹਦੇ ਵਿੱਚ ਤਾਂ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਫਾਈਲਾਂ ਲਾ ਦਿਓ, ਉਹਦੇ ਵਿੱਚ ਤਾਂ ਕੋਈ ਕੈਪ ਨਹੀਂ ਸੀਗਾ, ਪਰ ਬਾਕੀ ਨੂੰ ਕੁੱਲ ਮਿਲਾ ਕੇ ਜਿਹੜੇ ਪ੍ਰੋਗਰਾਮ ਸੀ ਉਹ 90,000 ਫਾਈਲਾਂ ਵਾਲਾ ਪ੍ਰੋਗਰਾਮ ਸੀਗਾ ਜੋ ਨਵੰਬਰ 'ਚ ਆ ਕੇ ਖਤਮ ਹੋਇਆ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਕੁਝ ਲੋਕਾਂ ਦੀਆਂ ਫਾਈਲਾਂ ਬਹੁਤ ਤੇਜ਼ੀ ਨਾਲ ਜਿਹੜੀਆਂ ਪ੍ਰੋਸੈਸ ਹੋਈਆਂ, ਕਈਆਂ ਨੂੰ 1 ਮਹੀਨੇ 2 ਮਹੀਨੇ ਔਰ 3 ਮਹੀਨੇ ਜੋ ਕਿ ਆਮ ਤੌਰ ਤੋਂ ਥੋੜਾ ਤੇਜ਼ੀ ਨਾਲ ਸੀਗਾ ਵੀ ਜਵਾਬ ਮਿਲੇ, ਪਰ ਕੁਝ ਲੋਕਾਂ ਨੂੰ ਕਾਫੀ ਉਡੀਕ ਵੀ ਕਰਨੀ ਪੈ ਰਹੀ ਆ। ਔਰ ਹੁਣ ਇਹ ਦੇਖਿਆ ਜਾ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਸੋ ਇੱਕ ਰਿਪੋਰਟ ਸਾਹਮਣੇ ਆਈ ਆ ਜਿਸ 'ਚ ਇਹ ਆਇਆ ਕਿ ਜੇਕਰ ਅਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਉਹਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਡਰਾਅ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿੰਨੇ ਇਨਵੀਟੇਸ਼ਨ ਗਏ ਸੀਗੇ ਉਹਦੇ ਹਿਸਾਬ ਦੇ ਨਾਲ 14,000 ਜਿਹੜੀਆਂ ਹਰ ਪਰ ਮਹੀਨੇ ਦੀਆਂ ਫਾਈਲਾਂ ਜਿਹੜੀਆਂ ਕਲੀਅਰ ਕੀਤੀਆਂ ਗਈਆਂ। ਔਰ ਇਹਦੇ ਨਾਲ ਜਿਹੜੇ ਫੈਡਰਲ ਸਕਿਲਡ ਵਰਕਰ ਡਰਾਅ ਆ ਉਹਦੀਆਂ ਵੀ 600, ਕਿਉਂਕਿ ਹੁਣ ਤਾਂ ਗਏ ਨਹੀਂ, ਜਿਹੜੇ ਪੁਰਾਣੇ ਜਿਹੜੇ 2020 ਦੇ ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਗਏ ਹੋਏ ਆ ਉਹ ਵੀ 600 ਪਰ ਮਹੀਨਾ ਜਿਹੜੇ ਡਰਾਅ ਆ ਉਹ ਕਲੀਅਰ ਕੀਤੇ ਗਏ। ਹਾਲਾਂਕਿ ਫੈਡਰਲ ਸਕਿਲ ਡਰਾਅ ਨੂੰ ਲੈ ਕੇ ਜਿਹੜੀ ਆ ਇਸ ਸਾਲ ਵੱਡੀ ਨਿਰਾਸ਼ਾ ਜਿਹੜੀ ਪ੍ਰਗਟ ਹੋਈ ਹੈ, ਕਿਉਂਕਿ ਇੱਕ ਵੀ ਡਰਾਅ ਨਹੀਂ ਕੱਢਿਆ ਗਿਆ। ਪਿਛਲੇ ਸਾਲ ਵੀ ਜਿਹੜਾ ਸੀ ਉਹ ਡਰਾਅ ਬਹੁਤ ਘੱਟ ਕਰੋਨਾ ਤੋਂ ਪਹਿਲਾਂ ਨਿਕਲੇ, ਉਸ ਤੋਂ ਬਾਅਦ ਜਦੋਂ ਟਰੈਵਲ ਬੰਦ ਹੋ ਗਿਆ ਤਾਂ ਉਹ ਕੱਢਣੇ ਬੰਦ ਕਰ ਦਿੱਤੇ ਸੀ। ਸਿਰਫ PNP ਸਪੈਸੀਫਿਕ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੇ ਡਰਾਅ ਆ ਉਹ ਨਿਕਲ ਰਹੇ ਸੀਗੇ। ਸੋ ਇਸ ਤਰੀਕੇ ਨਾਲ ਜਿਹੜਾ ਸੀ ਹੁਣ ਵੀ ਕੋਈ ਉਮੀਦ ਹੈ ਨਹੀਂ ਕਿ ਦਸੰਬਰ ਹਾਲਾਂਕਿ ਹਲੇ ਸ਼ੁਰੂ ਹੋਇਆ ਕਿ ਐਕਟਿਵ ਵੀ ਕੋਈ ਫੈਡਰਲ ਸਕਿਲਡ ਵਰਕਰ ਡਰਾਅ ਨਿਕਲੂਗਾ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦਾ ਜ਼ੋਰ ਇਹੀ ਲੱਗਾ ਕਿ ਜਿੰਨਾ ਬੈਕਲੌਗ ਆ ਉਹਨੂੰ ਖਤਮ ਕੀਤਾ ਜਾਵੇ। ਸੋ ਬਾਕੀ ਹੁਣ ਅਗਲੇ ਸਾਲ ਤੇ ਦੇਖਦੇ ਆ ਕੀ ਉਮੀਦ ਆ, ਪਰ ਐਕਟੀ ਦਾਅਵਾ ਕੀਤਾ ਜਾ ਰਿਹਾ ਕਿ ਜਿਹੜਾ 4,01,000 ਦਾ ਟਾਰਗੇਟ ਆ ਉਹ ਇਸ ਮਹੀਨੇ ਵਿੱਚ ਜਿਹੜਾ ਪੂਰਾ ਕਰ ਲਿਆ ਜਾਵੇਗਾ। ਜੀ ਮਨਦੀਪ ਜੀ, ਕੈਨੇਡਾ ਤੋਂ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ? ਇੱਥੇ ਹੁਣ ਕਿੰਨੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ? ਬਿਲਕੁਲ ਜੀ, ਅੱਜ ਵੀ ਇੱਕ ਖਬਰ ਸਾਹਮਣੇ ਆਈ ਆ, ਇੱਕ ਬੱਚੇ ਨੂੰ ਜਿਹੜਾ ਵਾ ਉਹਦੇ ਵਿੱਚ ਓਮਿਕਰੌਨ ਪਾਇਆ ਗਿਆ, ਔਰ ਜੋ ਪਰਿਵਾਰ ਸੀ ਉਹ ਇਹਨਾਂ ਸਾਊਥ ਅਫਰੀਕਨ ਜਿਹੜਾ ਕੰਟਰੀਜ਼ ਆ ਉੱਥੋਂ ਯਾਤਰਾ ਕਰਕੇ ਵਾਪਸ ਆਇਆ ਸੀ। ਸੋ ਉਹਦੇ ਮਾਪੇ ਵੀ ਇਹ ਤੋਂ ਜਿਹੜੇ ਉਹ ਪੀੜਤ ਆ ਜਾਂ ਨਹੀਂ, ਇਹਦੀ ਰਿਪੋਰਟ ਹਲੇ ਸਾਹਮਣੇ ਨਹੀਂ ਆਈ ਆ, ਉਹਨਾਂ ਨੂੰ ਨਿਗਰਾਨੀ 'ਚ ਰੱਖਿਆ ਹੋਇਆ। ਸੋ ਇਹਨੂੰ ਲੈ ਕੇ ਲਗਾਤਾਰ ਜਿਹੜੀਆਂ ਉਹ ਇਸ ਵਕਤ ਤੇਜ਼ੀ ਨਾਲ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ। ਕਿਊਬਕ ਵੱਲੋਂ ਵੀ ਹੁਣ ਐਲਾਨ ਕੀਤਾ ਗਿਆ ਕਿ ਅਗਲੇ ਹਫਤੇ ਜਿਹੜਾ ਉਹਨਾਂ ਵੱਲੋਂ ਐਲਾਨ ਕੀਤਾ ਜਾਵੇਗਾ, ਜੋ ਰਿਪੋਰਟਾਂ ਉੱਥੋਂ ਆ ਰਹੀਆਂ ਨੇ ਕਿ 50 ਸਾਲ ਤੋਂ ਉੱਪਰ ਵਾਲਿਆਂ ਦੇ ਉੱਥੇ ਵੀ ਹੁਣ ਜਿਹੜੇ ਬੂਸਟਰ ਸ਼ਾਟ ਆ ਉਹ ਲੱਗਣੇ ਸ਼ੁਰੂ ਹੋ ਜਾਣਗੇ। ਪਹਿਲਾਂ ਇਹ ਉਮਰ ਹੱਦ ਜਿਹੜੀ ਆ 70 ਸਾਲ ਤੋਂ ਉੱਪਰ ਸੀਗੀ, ਸੋ ਇਹਨੂੰ ਘਟਾ ਕੇ 50 ਤੇ ਕਰ ਦਿੱਤਾ ਗਿਆ। ਅੰਟਾਰੀਓ ਵੱਲੋਂ ਵੀ ਇਹ ਕਰ ਦਿੱਤਾ ਗਿਆ ਤੇ ਹੌਲੀ ਹੌਲੀ ਉਮੀਦ ਆ ਕਿ ਹੋਰਨਾਂ ਸੂਬਿਆਂ ਵਿੱਚ ਵੀ ਇਹ ਸਟੈਪ ਚੱਕ ਲਏ ਜਾਣਗੇ। ਉੱਥੇ ਹੀ ਟੋਰਾਂਟੋ ਦੇ ਇੱਕ ਰੈਸਟੋਰੈਂਟ ਦੇ ਵਿੱਚ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਕਿ ਇੱਕ ਵਿਅਕਤੀ ਜਿਹੜਾ ਓਮਿਕਰੌਨ ਤੋਂ ਪੀੜਤ ਪਾਇਆ ਗਿਆ, ਉਹ ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਗਿਆ ਸੀਗਾ। 26 ਤੇ 27 ਨਵੰਬਰ ਦੀ ਗੱਲ ਦੱਸੀ ਜਾ ਰਹੀ ਆ, ਔਰ ਉਸ ਦੌਰਾਨ ਜਿਹੜੇ ਲੋਕ ਉਸ ਰੈਸਟੋਰੈਂਟ ਵਿੱਚ ਗਏ ਸੀਗੇ, ਉਸ ਕੈਫੇ ਦੇ ਵਿੱਚ, ਉਹਨਾਂ ਨੂੰ ਵੀ ਜਿਹੜਾ ਵਾ ਆਪਣਾ ਧਿਆਨ ਰੱਖਣ ਤੇ ਆਪਣੇ ਆਪ ਦੇ ਜਿਹੜੇ ਆਈਸੋਲੇਟ ਕਰਨ ਅਤੇ ਟੈਸਟ ਕਰਵਾਉਣ ਜਿਹੜੀ ਸਲਾਹ ਉਹ ਦਿੱਤੀ ਗਈ ਆ। ਸੋ ਜਿਹੜੀ ਵੈਕਸੀਨ ਦੀ ਗੱਲ ਆ, ਸੋ ਹਲੇ ਕੰਪਨੀਆਂ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਆ। ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਓਮਿਕਰੌਨ ਦੇ ਚੱਲਦਿਆਂ ਜਿਹੜੀਆਂ ਵੈਕਸੀਨ ਆ ਕਿ ਉਹਨੂੰ ਅਪਗ੍ਰੇਡ ਕੀਤਾ ਜਾਊਗਾ
ਜਾਂ ਅੱਗੇ ਕੀ ਹੋਊਗਾ, ਕੀ ਸਟੱਡੀਜ਼ ਆ ਰਹੀਆਂ ਨੇ, ਸਾਰੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਆ। ਪਰ ਕਿਉਂਕਿ ਨਵਾਂ ਵੇਰੀਐਂਟ ਆ, ਹਲੇ ਜੋ ਸਰਕਾਰ ਕਰ ਸਕਦੀ ਆ ਉਨੇ ਕੁ ਕਦਮ ਜਿਹੜੇ ਉਹ ਜ਼ਰੂਰ ਚੱਕੇ ਜਾ ਰਹੇ ਨੇ। ਜੀ, ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੰਜਾਬੀਆਂ ਨੂੰ ਜਿਹੜੀ ਹੈ ਖਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਬਾਰੇ ਕੀ ਅਪਡੇਟ ਹੈ, ਕਿਹੜੇ ਅਹੁਦੇ ਦੇ ਉੱਪਰ ਪੰਜਾਬੀਆਂ ਨੂੰ ਲਗਾਇਆ ਗਿਆ? ਬਿਲਕੁਲ ਜੀ, ਪਹਿਲਾਂ ਅਸੀਂ ਜਦੋਂ ਨਵਾਂ ਮੰਤਰੀ ਮੰਡਲ ਬਣਿਆ ਸੀ ਉਹਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ 3 ਪੰਜਾਬੀਆਂ ਨੂੰ ਥਾਂ ਦਿੱਤੀ ਗਈ ਸੀ ਔਰ ਕੁੱਲ 4 ਹੀ ਅਸੀਂ ਕਹਿ ਦਿੰਦੇ ਹਾਂ ਜੇਕਰ ਹੁਣ ਅਸੀਂ ਦੇਖੀਏ ਤਾਂ ਹੁਣ ਇੱਕ ਨਵੀਂ ਟੀਮ ਜਿਹੜੀ ਉਹ ਤਿਆਰ ਕੀਤੀ ਗਈ ਆ ਔਰ ਪਾਰਲੀਮੈਂਟਰੀ ਸਕੱਤਰ ਜਿਹੜੇ ਆ ਉਹ ਜਿਹੜੇ ਨਿਯੁਕਤ ਕੀਤੇ ਗਏ ਨੇ ਕਿ ਕਿਹੜੇ ਮੰਤਰੀ ਨਾਲ ਜਾਂ ਕਿਹੜੇ ਵਿਭਾਗਾਂ ਦੇ ਉੱਤੇ ਕਿਹੜੇ ਹੋਣਗੇ। ਸੋ ਇਸ ਟੀਮ ਦੇ ਵਿੱਚ ਫਿਰ 2 ਪੰਜਾਬੀ ਨੂੰ ਥਾਂ ਜਿਹੜੀ ਆ ਉਹ ਜਸਟਿਨ ਟਰੂਡੋ ਨੇ ਦਿੱਤੀ ਆ। ਅੱਜ ਉਹਨਾਂ ਨੇ ਵਧਾਈ ਵੀ ਦਿੱਤੀ ਇਸ ਨਵੀਂ ਟੀਮ ਨੂੰ ਔਰ ਨਾਲ ਹੀ ਇਹ ਐਲਾਨ ਵੀ ਕੀਤਾ ਕਿ ਕੌਣ ਕਿੱਥੇ ਕੰਮ ਕਰੇਗਾ। ਸੋ ਇਹਦੇ ਵਿੱਚ ਜੇਕਰ ਅਸੀਂ ਪਹਿਲੀ ਗੱਲ ਕਰੀਏ ਮਨਿੰਦਰ ਸਿੱਧੂ ਦੀ, ਜੋ ਕਿ ਦੂਜੀ ਵਾਰ ਸ਼ਾਇਦ ਬਰੈਂਪਟਨ ਈਸਟ ਤੋਂ ਜਿਹੜੇ MP ਬਣੇ ਨੇ, ਲਿਬਰਲ ਦੇ ਨੌਜਵਾਨ MP ਨੇ। ਸੋ ਉਹਨਾਂ ਨੂੰ ਜਿਹੜਾ ਵਾ ਫੋਰਨ ਮਿਨਿਸਟਰ ਦੇ ਨਾਲ ਜਿਹੜਾ ਲਾਇਆ ਗਿਆ ਉਹਨਾਂ ਦੇ ਜਿਹੜਾ ਪਾਰਲੀਮੈਂਟਰੀ ਸਕੱਤਰ ਵਜੋਂ। ਔਰ ਇਹਦੇ ਨਾਲ ਹੀ ਜੇਕਰ ਅਸੀਂ ਰੂਬੀ ਸਹੋਤਾ ਦੀ ਗੱਲ ਕਰੀਏ, ਬਰੈਂਪਟਨ ਨਾਰਥ ਤੋਂ ਜੋ ਲਗਾਤਾਰ ਜਿੱਤਦੇ ਆ ਰਹੇ ਨੇ, ਉਹਨਾਂ ਨੂੰ ਗਵਰਨਮੈਂਟ ਵਿਪ ਵਜੋਂ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਨਿਯੁਕਤ ਕੀਤਾ ਗਿਆ। ਸੋ ਵੱਡੀਆਂ ਜ਼ਿੰਮੇਵਾਰੀਆਂ ਨੇ। ਪਹਿਲਾਂ ਮੰਤਰੀ ਮੰਡਲ ਦੇ ਵਿੱਚ ਵੀ ਜਿਹੜਾ ਪੰਜਾਬੀਆਂ ਦਾ ਬੋਲਬਾਲਾ ਹੈਗਾ ਆ, ਹਰਜੀਤ ਸੱਜਣ ਉੱਥੇ ਹੈਗੇ ਨੇ, ਅਨੀਤਾ ਆਨੰਦ ਨੇ ਔਰ ਇਹਦੇ ਨਾਲ ਜਿਹੜਾ ਵਾ ਬਰੈਂਪਟਨ ਤੋਂ ਹੀ ਜਿਹੜਾ ਇੱਕ ਹੋਰ MP ਸੀਗਾ ਉਹਨੂੰ ਉੱਥੇ ਰੱਖਿਆ ਗਿਆ ਸੀਗਾ। ਤੇ ਹੁਣ ਜਿਹੜਾ ਵਾ 2 ਹੋਰ ਜਿਹੜੇ ਬਰੈਂਪਟਨ ਦੇ MP ਆ ਉਹਨਾਂ ਨੂੰ ਜਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਐਪਸਪੋਰਟ ਵਿੱਚ ਵੀ ਇੱਕ ਧਰਨੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਸੀ, ਕਿਹੜਾ ਇਹ ਧਰਨਾ ਸੀ ਤੇ ਨਾਲ ਇਸ ਬਾਰੇ ਹੁਣ ਕੀ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਖਾਸ ਕਰਕੇ ਦਰਸ਼ਕਾਂ ਨੂੰ ਪਤਾ ਹੀ ਆ ਔਰ ਅਸੀਂ ਵੀ ਵੱਡੇ ਪੱਧਰ ਤੇ ਦਿਖਾਉਂਦੇ ਰਹੇ ਹਾਂ ਕੈਨੇਡਾ ਦੇ ਵਿੱਚ ਕਿ ਕਿਸ ਤਰੀਕੇ ਨਾਲ ਜਦੋਂ ਜਿਹੜਾ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਉਦੋਂ ਵੀ ਔਰ ਖਾਸ ਕਰਕੇ ਜਦੋਂ ਇਹ ਅੰਦੋਲਨ ਦਿੱਲੀ ਪਹੁੰਚਿਆ ਸੀ 25 ਤੇ 26 ਨਵੰਬਰ ਨੂੰ, ਉਦੋਂ ਕਿਸ ਤਰੀਕੇ ਨਾਲ ਇਹ ਦਿੱਲੀ ਪਹੁੰਚਿਆ ਉਹਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਜਿਹੜਾ ਸੀ ਇੱਥੇ ਕੈਨੇਡਾ ਦੇ ਲੋਕਾਂ 'ਚ ਪੈਦਾ ਹੋਇਆ, ਪੰਜਾਬੀਆਂ 'ਚ ਪੈਦਾ ਹੋਇਆ ਔਰ ਇੱਕ ਜਜ਼ਬਾ ਜਿਹੜਾ ਸੀ ਉਹ ਵੀ ਪੈਦਾ ਹੋਇਆ, ਜਿਸ ਤੋਂ ਬਾਅਦ ਇੱਥੇ ਲਗਾਤਾਰ ਜਿਹੜੇ ਉਹ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਸੀਗੇ। ਇੱਥੇ ਜੇਕਰ ਅਸੀਂ ਸਕਾਟ ਰੋਡ ਦੀ ਗੱਲ ਕਰੀਏ ਸਰੀ ਦੇ, ਤਾਂ ਉੱਥੇ ਵੀ ਬਿਨ ਨਾਗਾ ਲਗਾਤਾਰ ਉੱਥੇ ਹੱਲੇ ਵੀ ਜੇਕਰ ਅਸੀਂ ਕਹੀਏ ਤਾਂ ਲੋਕ ਖੜਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਔਰ ਇਸੇ ਤਰੀਕੇ ਨਾਲ ਬਰੈਂਪਟਨ ਵਾਲੇ ਪਾਸੇ ਵੀ ਇੱਥੇ ਵੈਨਕੂਵਰ ਵਿੱਚ ਤਾਂ ਬਹੁਤ ਵੱਡੀ ਪੱਧਰ ਤੇ ਰੈਲੀਆਂ ਹੁੰਦੀਆਂ ਰਹੀਆਂ ਨੇ, ਅਸੀਂ ਬਹੁਤੀਆਂ ਹੱਦ ਤੱਕ ਜਿਹੜੀਆਂ ਕਵਰ ਕਰਕੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੇ ਹਾਂ। ਔਰ ਐਪਸਪੋਰਟ ਦੇ ਵਿੱਚ ਵੀ ਜਿਹੜੇ ਅਸੀਂ ਅੱਜ ਧਰਨੇ ਦੀ ਗੱਲ ਕਰ ਰਹੇ ਹਾਂ, ਜਿਹੜੇ ਦਰਸ਼ਕ ਇਹ ਤਸਵੀਰਾਂ ਦੇਖ ਰਹੇ ਨੇ, ਇਹ ਪਿਛਲੇ ਲਗਾਤਾਰ 372 ਦਿਨਾਂ ਤੋਂ ਚੱਲ ਰਿਹਾ ਸੀਗਾ। ਨੋ ਫਾਰਮਰ ਨੋ ਫੂਡ ਦੇ ਇੱਥੇ ਨਾਅਰੇ ਲੱਗਦੇ ਸੀ। ਜਿਹੜੇ ਪੰਜਾਬ ਦੇ ਕਿਸਾਨ ਦਿੱਲੀ ਜਾ ਕੇ ਬਾਰਡਰਾਂ ਤੇ ਬੈਠੇ ਨੇ, ਉਹਨਾਂ ਦੇ ਹੱਕ ਵਿੱਚ ਹਰ ਰੋਜ਼ ਨਾਅਰੇ ਲੱਗਦੇ ਸੀ। ਕਿਸੇ ਦਿਨ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ, ਕਿਸੇ ਦਿਨ ਘੱਟ ਵੀ ਹੁੰਦੀ ਸੀ, ਪਰ ਇੰਨਾ ਜ਼ਰੂਰ ਸੀ ਕਿ ਲੰਬਾ ਸਮਾਂ ਚਾਹੇ ਮੀਂਹ ਸੀ, ਚਾਹੇ ਧੁੱਪ ਦਾ ਮੌਸਮ ਹੁੰਦਾ ਸੀ, ਚਾਹੇ ਠੰਡ ਸੀ, ਪਰ ਇਹ ਜਿਹੜੇ ਲੋਕ ਸੀਗੇ ਉਹ ਖੜੇ ਰਹੇ। ਖਾਸ ਕਰਕੇ ਇਹਨਾਂ ਚੋਂ ਜਿਹੜੇ 3 ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿਨ੍ਹਾਂ ਦੀ ਉਮਰ ਕਾਫੀ ਘੱਟ ਸੀ, ਇਹਨਾਂ ਨੇ ਲੋਕਾਂ 'ਚ ਕਾਫੀ ਉਤਸ਼ਾਹ ਭਰਿਆ ਤੇ ਹਰ ਰੋਜ਼ ਜਿਹੜੇ ਇਹ ਇਸ ਧਰਨੇ ਵਿੱਚ ਪਹੁੰਚਦੇ ਸੀ ਤੇ ਕਿਸਾਨੀ ਦੇ ਹੱਕ 'ਚ ਨਾਅਰੇ ਲਾਉਂਦੇ ਸੀ। ਔਰ ਇਸ ਧਰਨੇ ਦੇ ਵਿੱਚ ਇੱਥੋਂ ਦੇ ਕਈ ਚੁਣੇ ਹੋਏ ਨੁਮਾਇੰਦੇ MP MLA ਜਿਹੜੇ ਉਹ ਵੀ ਸ਼ਮੂਲੀਅਤ ਕਰਦੇ ਰਹੇ। ਸੋ ਹੁਣ ਕਿਉਂਕਿ ਕਿਸਾਨੀ ਬਿੱਲ ਜਿਹੜੇ ਉਹ ਵਾਪਸ ਹੋ ਗਏ ਨੇ, ਲਗਭਗ ਕਿਸਾਨਾਂ ਨੇ ਜੰਗ ਜਿੱਤ ਲਈ ਆ ਤੇ ਆਸਾਰ ਇਹ ਬਣ ਰਹੇ ਨੇ ਕਿ ਹੁਣ ਇਹ ਅੰਦੋਲਨ ਖਤਮ ਹੋਣ ਜਾ ਰਿਹਾ। ਉਧਰ ਵੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਣ ਜਾ ਰਹੀ ਆ ਔਰ ਹੁਣ ਸੰਭਾਵਨਾ ਇਹੀ ਆ ਕਿ ਛੇਤੀ ਇਹ ਅੰਦੋਲਨ ਖਤਮ ਹੋ ਸਕਦਾ ਆ। ਸੋ ਉਸ ਤੋਂ ਬਾਅਦ ਹੁਣ ਇੱਥੇ ਵੀ ਜਿਹੜਾ ਇਹ ਧਰਨਾ ਆ, ਹਾਲਾਂਕਿ ਇਹਨਾਂ ਨੇ ਸ਼ਬਦ ਵਰਤਿਆ ਕਿ ਵਧਾ ਦਿੱਤਾ ਗਿਆ, ਇਹਨੂੰ ਖਤਮ ਕਰਨਾ ਸ਼ਬਦ ਨਹੀਂ ਦਿੱਤਾ ਗਿਆ, ਪਰ ਇੰਨਾ ਜ਼ਰੂਰ ਸੀ ਕਿ 372 ਦਿਨਾਂ ਦੇ ਬਾਅਦ ਜਿਹੜਾ ਸੀ ਇਹਨਾਂ ਦਾ ਇੱਥੇ ਧਰਨਾ ਜਿਹੜਾ ਉਹ ਲਗਭਗ ਹੁਣ ਪੂਰਾ ਹੋ ਚੁੱਕਾ ਆ, ਕਿਉਂਕਿ ਇਹਦਾ ਮਕਸਦ ਵੀ ਜਿਹੜਾ ਉਹ ਪੂਰਾ ਹੋ ਚੁੱਕਾ ਹੈ। ਮਨਦੀਪ ਜੀ, ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਜਾਣੇ ਕਸ਼ਤੀ ਰਾਹੀਂ ਓਨਟਾਰੀਓ ਗਏ ਤੇ ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ। ਕਿੰਨੀ ਗਿਣਤੀ ਜਿਹੜੀ ਹੈ ਹਥਿਆਰਾਂ ਦੀ ਦੱਸੀ ਗਈ ਤੇ ਕੀ ਹੈ ਪੂਰਾ ਮਾਮਲਾ? ਬਿਲਕੁਲ ਜੀ, ਗੈਰ ਕਾਨੂੰਨੀ ਹਥਿਆਰਾਂ ਨੂੰ ਲੈ ਕੇ ਜਿਹੜੀ ਉਹਨਾਂ ਦੀ ਸਮਗਲਿੰਗ ਹੁੰਦੀ ਹੈ, ਉਸ ਮਾਮਲੇ ਦੇ ਉੱਤੇ ਕੈਨੇਡਾ ਭਰ ਦੇ ਵਿੱਚ ਜਿਹੜੀ ਪੁਲਿਸ ਲਗਾਤਾਰ ਜਿਹੜੀ ਉਹ ਚੌਕਸ ਰਹਿੰਦੀ ਹੈ। ਔਰ ਇਸੇ ਤਰੀਕੇ ਨਾਲ ਅੰਟਾਰੀਓ ਵਿੱਚ ਵੀ ਜਿਹੜੀ RCMP ਸੀਗੀ ਉਹਦੇ ਵੱਲੋਂ ਲਗਭਗ ਇਸੇ ਤਰੀਕੇ ਦੀ ਇੱਕ ਜਿਹੜੀ ਜਾਂਚ ਕੀਤੀ ਜਾ ਰਹੀ ਸੀਗੀ।
ਔਰ ਕਿਉਂਕਿ ਸੜਕਾਂ ਦੇ ਉੱਤੇ ਕਈ ਵਾਰ ਚੈਕਿੰਗ ਹੋਣ ਦੇ ਅਸਾਰ ਜ਼ਿਆਦਾ ਹੁੰਦੇ ਆ, ਇਸ ਕਰਕੇ ਜਿਹੜਾ ਅਸੀਂ ਬੋਟ ਦੇ ਰਾਹੀਂ ਅੰਟਾਰੀਓ ਦੇ ਵਿੱਚ ਜਿਹੜੇ ਜਿਹੜੇ ਹਥਿਆਰ ਸਮਗਲ ਕੀਤੇ ਜਾ ਰਹੇ ਸੀ, ਔਰ ਪੁਲਿਸ ਨੇ ਜਦੋਂ ਇਹ ਬੋਟ ਦੇ ਵਿੱਚ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ, ਔਰ ਇਹਦੇ ਵਿੱਚ 59 ਤੋਂ ਤਕਰੀਬਨ 59 ਜਿਹੜੇ ਹਥਿਆਰ ਪਾਏ ਗਏ, ਜਿਹਦੇ ਵਿੱਚ 53 ਤਾਂ ਅਜਿਹੇ ਸੀ ਜਿਹੜੇ ਜਿਨ੍ਹਾਂ ਤੇ ਕੈਨੇਡਾ 'ਚ ਪਾਬੰਦੀ ਲੱਗੀ ਹੋਈ ਆ, ਉਹ ਨਹੀਂ ਰੱਖੇ ਜਾ ਸਕਦੇ, ਤੇ ਸਾਰੇ ਹਥਿਆਰ ਤਕਰੀਬਨ ਗੈਰ ਕਾਨੂੰਨੀ ਜਿਹੜੇ ਦੱਸੇ ਜਾ ਸਕਦੇ ਆ, ਕੋਈ ਲੇਖਾ ਜੋਖਾ ਪੁਲਿਸ ਤੋਂ ਨਹੀਂ ਮਿਲਿਆ। ਸੋ ਇਸ ਸੰਬੰਧ ਦੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਵਿੱਚੋਂ ਇੱਕ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਔਰ ਦੂਜੇ ਦੀ ਉਮਰ 49 ਸਾਲ ਦੇ ਕਰੀਬ ਦੱਸੀ ਜਾ ਰਹੀ ਆ, ਤੇ ਵੱਡੀ ਗਿਣਤੀ ਵਿੱਚ ਜਿਹੜੇ ਹਥਿਆਰ ਆ ਇਹ ਬਰਾਮਦ ਕੀਤੇ ਗਏ ਆ। 26 ਨਵੰਬਰ ਤੋਂ ਇਸ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਸੀ, ਅਤੇ ਹੁਣ ਇਸ ਦਾ ਖੁਲਾਸਾ ਜਿਹੜਾ ਕੀਤਾ ਗਿਆ, ਇਹਦੀ ਜਾਂਚ ਹਲੇ ਚੱਲ ਰਹੀ ਆ। ਪਰ ਮੋਟੇ ਤੌਰ ਤੇ ਇਹੀ ਆ ਕਿ 53 ਹਥਿਆਰ ਅਜਿਹੇ ਸੀ ਜੋ ਖਤਰਨਾਕ ਸੀਗੇ, ਜਿਨ੍ਹਾਂ ਤੇ ਕੈਨੇਡਾ 'ਚ ਪਾਬੰਦੀ ਹੈ ਕਿ ਆਮ ਲੋਕ ਇਹ ਨਹੀਂ ਰੱਖ ਸਕਦੇ, ਔਰ ਕੁੱਲ ਮਿਲਾ ਕੇ 59 ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ। ਜੀ ਮਨਦੀਪ ਜੀ, ਇਸ ਤੋਂ ਬਾਅਦ ਹੁਣ ਬੂਸਟਰ ਸ਼ਾਟ ਦੀ ਗੱਲ ਕਰ ਲੈਂਦੇ ਆ। ਜਿਵੇਂ ਕਰੋਨਾ ਵਾਇਰਸ ਦਾ ਨਵਾਂ ਜਿਹੜਾ ਵੇਰੀਐਂਟ ਹੈ ਉਹ ਸਾਹਮਣੇ ਆਇਆ, ਉਸ ਤੋਂ ਬਾਅਦ ਬੂਸਟਰ ਸ਼ਾਟ ਨੂੰ ਲੈ ਕੇ ਵੀ ਲਗਾਤਾਰ ਚਰਚਾ ਤੇਜ਼ ਹੋ ਰਹੀ ਹੈ। ਹੁਣ NACI ਵੱਲੋਂ ਇਸ ਬਾਰੇ ਕੀ ਕਿਹਾ ਜਾ ਰਿਹਾ ਹੈ? ਬਿਲਕੁਲ ਜੀ, ਕਿਉਂਕਿ ਇਸ ਵਕਤ ਇੱਕੋ ਹਥਿਆਰ ਹੀ ਹੈ ਲੋਕਾਂ ਕੋਲ ਵੈਕਸੀਨ ਇਸ ਕਰੋਨਾ ਦੇ ਨਾਲ ਲੜਨ ਦਾ, ਕਿਉਂਕਿ ਲਗਾਤਾਰ ਨਵੇਂ ਵੇਰੀਐਂਟ ਆ ਰਹੇ ਨੇ। ਪਹਿਲਾਂ ਡੈਲਟਾ ਵੇਰੀਐਂਟ ਨੂੰ ਲੈ ਕੇ ਕਾਫੀ ਖੌਫ ਸੀਗਾ, ਔਰ ਉਸ ਤੋਂ ਬਾਅਦ ਹੁਣ ਜਿਹੜਾ ਇਹ ਨਵਾਂ ਓਮੀਕਰੋਨ ਵੇਰੀਐਂਟ ਆਇਆ ਸਾਊਥ ਅਫਰੀਕਨ ਕੰਟਰੀਜ਼ ਦੇ ਵਿੱਚੋਂ, ਜੇਕਰ ਅਸੀਂ ਦੇਖੀਏ ਤਾਂ ਇਹਨੂੰ ਲੈ ਕੇ ਵੀ ਹੁਣ ਵੈਕਸੀਨ ਉੱਤੇ ਟੇਕ ਜਿਹੜੀ ਉਹ ਰੱਖੀ ਜਾ ਰਹੀ ਆ। ਵੈਕਸੀਨੇਸ਼ਨ ਦਾ ਜਿਹੜਾ ਪੱਧਰ ਆ ਉਹ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ, ਔਰ ਨਾਲ ਹੀ ਜਿਨ੍ਹਾਂ ਦੇ ਵੈਕਸੀਨ ਲੱਗ ਚੁੱਕੀ ਆ ਉਹਨਾਂ ਦੇ ਜਿਹੜੇ ਬੂਸਟਰ ਸ਼ਾਟ ਆ ਉਹ ਲਾਉਣ ਦੀ ਗੱਲ ਕੀਤੀ ਜਾ ਰਹੀ ਆ। ਹਾਲਾਂਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਅੰਟਾਰੀਓ ਅਤੇ ਕਿਊਬਕ ਵੱਲੋਂ ਲਗਭਗ ਇਹ ਫੈਸਲਾ ਲੈ ਲਿਆ ਗਿਆ, ਕਿਉਂਕਿ ਅੰਟਾਰੀਓ ਐਲਾਨ ਕਰ ਚੁੱਕਾ ਹੈ ਕਿ ਐਲੀਜੀਬਿਲਟੀ ਉਹਨਾਂ ਨੇ 50 ਸਾਲ ਕਰਤੀ ਹੈ ਬੂਸਟਰ ਸ਼ਾਟ ਲਈ, ਔਰ ਕਿਊਬਕ ਵੱਲੋਂ ਅਗਲੇ ਹਫਤੇ ਐਲਾਨ ਕਰ ਦਿੱਤਾ ਜਾਵੇਗਾ। ਤੇ ਜਿਹੜੀ NIC ਆ, ਜਿਹੜੀ ਕਮੇਟੀ ਇਸ ਸੰਬੰਧੀ ਵੈਕਸੀਨ ਸੰਬੰਧੀ ਆ, ਉਹਨੇ ਵੀ ਹੁਣ ਇਹੀ ਰეკਮੈਂਡ ਕੀਤਾ ਕਿ ਜਿਹੜੇ 50 ਸਾਲ ਤੋਂ ਵੱਧ ਜਿਨ੍ਹਾਂ ਵਿਅਕਤੀਆਂ ਦੀ ਉਮਰ ਆ ਉਹਨਾਂ ਦੇ ਬੂਸਟਰ ਸ਼ਾਟ ਲੱਗਣਾ ਚਾਹੀਦਾ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 49 ਸਾਲ ਆ, ਉਹਨਾਂ ਨੂੰ ਵੀ ਜੋ ਦੂਜੀ ਡੋਜ਼ ਤੋਂ ਤਕਰੀਬਨ 6-7 ਮਹੀਨੇ ਬਾਅਦ ਤੀਜੀ ਡੋਜ਼ ਭਾਵ ਕਿ ਬੂਸਟਰ ਸ਼ਾਟ ਜਿਹੜਾ ਲਵਾ ਲੈਣਾ ਚਾਹੀਦਾ। ਪਰ 50 ਸਾਲ ਤੋਂ ਉੱਪਰ ਵਾਲਿਆਂ ਨੂੰ ਉਹਨਾਂ ਨੇ ਰეკਮੈਂਡ ਕੀਤਾ, ਖਾਸ ਕਰਕੇ ਉਹਨਾਂ ਦੇ ਡੋਜ਼ ਜਿਹੜੀ ਇਹ ਲੱਗਣੀ ਚਾਹੀਦੀ ਆ। ਸੋ ਅੱਗੇ ਦੇਖਦੇ ਆ ਕਿ ਹੋਰ ਕਿਹੜੇ ਸੂਬੇ ਦੀਆਂ ਸਰਕਾਰਾਂ ਇਹ ਸਾਰਾ ਕੁਝ ਕਰਦੀਆਂ ਨੇ, ਪਰ ਉਮੀਦ ਇਹੀ ਆ ਕਿ ਓਮੀਕਰੋਨ ਨੂੰ ਦੇਖਦਿਆਂ ਹੋਇਆਂ ਜਿਸ ਤਰੀਕੇ ਨਾਲ ਅੰਟਾਰੀਓ ਵਿੱਚ ਵੀ ਮਾਮਲੇ ਸਾਹਮਣੇ ਆ ਰਹੇ ਨੇ, ਉੱਥੇ ਕਿਊਬਕ ਵਿੱਚ ਵੀ ਇਹ ਮਾਮਲਾ ਓਮੀਕਰੋਨ ਦਾ ਸਾਹਮਣੇ ਆ ਚੁੱਕਾ, BC ਅਤੇ ਅਲਬਰਟਾ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆ ਚੁੱਕਾ। ਸੋ ਉਮੀਦ ਆ ਕਿ ਹੋਰ ਸੂਬੇ ਵੀ ਇਹਨੂੰ ਰੋਕਣ ਦੇ ਲਈ ਜਿਹੜਾ ਵਾ ਉਹ ਵੱਡੇ ਕਦਮ ਚੱਕ ਸਕਦੇ ਆ। ਜੀ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਦੀ ਵਿਚਾਰ ਚਰਚਾ ਕਰਨ ਦੇ ਵਾਸਤੇ। ਜੀ ਬਹੁਤ-ਬਹੁਤ ਧੰਨਵਾਦ। ਜੀ ਇਸੇ ਤਰ੍ਹਾਂ ਪ੍ਰੋਗਰਾਮ ਕੈਨੇਡਾ ਨਾਓ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਬਾਕੀ ਖਬਰਾਂ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।